ਇਹ ਕਿਹੜਾ ਪ੍ਰਸ਼ਾਸਨ ਹੈ ਭਾਜੀ? ਪਤਾ ਦੇਸ਼ ਆਜ਼ਾਦ ਹੈ, ਦੇਸ਼ ਜਦ ਆਜ਼ਾਦ ਹੈ ਤੇ ਅੰਦੋਲਨ ਕਰਨ ਦਾ ਕਿਸ ਨੂੰ ਨਹੀਂ ਹੱਕ ਹੈਗਾ? ਤੁਸੀਂ ਨਹੀਂ ਅੰਦੋਲਨ ਕਰਦੇ ਸੀ? ਉੱਥੇ ਬੈਠ ਕੇ ਮੋਦੀ ਜੀ ਬੜੀਆਂ ਗੱਲਾਂ ਕਰਦੇ ਸੀ ਗੁਜਰਾਤ ਵਿੱਚ ਬੈਠ ਕੇ, ਮੈਂ ਬੇਰੋਜ਼ਗਾਰੀ ਖਤਮ ਕਰ ਦੇਵਾਂਗਾ, 2 ਕਰੋੜ ਬੇਰੋਜ਼ਗਾਰ ਰੋਜ਼ ਕਰ ਦੇਵਾਂਗਾ। ਅੱਜ ਉਹ ਕਿੱਥੇ ਗਈ ਗੱਲ? ਮਹਿੰਗਾਈ ਕਿਤਨੀ ਵੱਧ ਰਹੀ ਹੈ, ਤੁਸੀਂ ਇਹਨੂੰ GST ਕਿਉਂ ਨਹੀਂ ਲਿਆਂਦੇ? ਡੀਜ਼ਲ ਪੈਟਰੋਲ ਨੂੰ ਕਿਉਂ ਨਹੀਂ ਲਿਆਂਦੇ? ਕਿਉਂਕਿ ਜਿਸ ਦਿਨ GST ਤੇ ਆ ਜਾਏਗਾ ਪੈਟਰੋਲ ਡੀਜ਼ਲ, ਉਸ ਦਿਨ ਆਪ ਦਾ ਪੈਟਰੋਲ ਡੀਜ਼ਲ 55 और 60 रुपये लीटर हो जाएगा। एक चीज़ होर पूछना चाहांगे, तुसीं दिल्ली वासी हैगे हो ते उत्तराखंड इस सरगर्म हैगे, थोड़ा जिहा अपने बारे दस दिओ। हरीश रावत जी एक ਜਿਹੜੀ स्टेटमेंट आई सी ਉਹਨੂੰ ਲੈ ਕੇ ਬੜਾ ਬਵਾਲ ਹੋ ਰਿਹਾ, ਹੁਣੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਹੈ ਜਿਹੜੀ ਪੰਜਾਂ ਪਿਆਰਿਆਂ ਨੂੰ ਲੈ ਕੇ ਕੀਤੀ ਗਈ। ਪੱਤਰ ਕਿਤਨੇ 20-25 ਆਦਮੀ ਨਹੀਂ ਸੀ, ਤੁਸੀਂ ਗਿਣਤੀ ਗਿਣੀ? ਇੱਥੇ ਦੇਖੋ ਹਜ਼ਾਰਾਂ ਦੀ ਗਿਣਤੀ। ਜਿਹੜੀ स्टेटमेंट ਉਹਨਾਂ ਨੇ ਕਿਹਾ ਹੈ ਜਦੋਂ ਅਕਾਲ ਤਖਤ ਬੁਲਾਏਗਾ ਮੈਂ ਜਾਵਾਂਗਾ, ਮੈਂ ਝਾੜੂ ਵੀ ਮਾਰਾਂਗਾ, ਮੈਂ ਬਰਤਨ ਵੀ ਸਾਫ਼ ਕਰਾਂਗਾ, ਜੋ ਮੇਰੇ ਕੋਲ ਖੁੱਲ੍ਹਾ ਹੈ ਮਾਫੀ ਦੇ ਦਿਓ। ਇਸ ਤੋਂ ਵੱਡੀ ਗੱਲ ਕੀ? ਔਰ ਪਬਲਿਕ ਅਰੇ ਖੱਟਰ ਡੁੱਬ ਕੇ ਮਰ ਜਾ ਤੂੰ। ਕਿਸਾਨ ਜਿਨ੍ਹਾਂ ਦੇ ਸਿਰ ਫਟੇ ਉਹਨਾਂ ਨੂੰ ਉਠਾਣੇ ਵਾਲਾ ਕੋਈ ਨਹੀਂ ਸੀ, ਨਾ ਉਹਨਾਂ ਵਾਸਤੇ ਕੋਈ ਵਿਵਸਥਾ ਸੀ ਕਿ ਕੋਈ ਗੱਡੀ ਐਂਬੂਲੈਂਸ ਉਹਨਾਂ ਨੂੰ। ਕਈ ਵਿਚਾਰੇ ਦਮ ਤੋੜ ਗਏ, ਕਈ ਸੀਰੀਅਸ ਹੈਗੇ, ਕਈਆਂ ਦੇ ਸਿਰ ਫਟ ਗਏ, ਕਈਆਂ ਦੇ ਟੰਗਾਂ ਟੁੱਟੀਆਂ। ਇਹ ਕੋਈ ਅੰਗਰੇਜ਼ਾਂ ਦਾ ਟਾਈਮ ਹੈ? ਜੋ ਇਹ ਹਿੰਦੁਸਤਾਨ ਪ੍ਰਜਾਤੰਤਰ ਹੈਗਾ। ਔਰ ਪ੍ਰਸ਼ਾਸਨ ਕੱਟਰ ਨੂੰ ਮਾਫੀ ਮੰਗਣੀ ਚਾਹੀਦੀ ਹੈ, ਔਰ ਨਾਲ ਜਿਨ੍ਹਾਂ ਕਿਸਾਨਾਂ ਨੂੰ ਚੋਟ ਲੱਗੀ ਹੈ ਉਹਨਾਂ ਦੇ ਘਰ ਜਾ ਕੇ ਮਾਫੀ ਮੰਗੋ। ਹਰਵਿੰਦਰ ਸਿੰਘ ਚਾਵਲਾ ਸਿੱਖ ਸੰਗਤ ਨਿਊਜ਼ ਤੁਹਾਡਾ ਫੇਰ ਸਵਾਗਤ ਕਰਦਾ। ਸੰਗਤ ਜੀ ਸਾਡੇ ਨਾਲ ਜੁੜੇ ਹੋਏ ਨੇ ਤਰਵਿੰਦਰ ਸਿੰਘ ਮਾਰਵਾ ਜੀ। ਥੋੜਾ ਜਿਹਾ ਮੈਂ ਤਾਰੂਫ ਕਰਾਉਂਗਾ, ਦਿੱਲੀ ਦੇ ਵਿੱਚ ਪੂਰਵ ਵਿਧਾਇਕ ਰਹੇ ਨੇ ਤੇ ਹੁਣੇ ਜਿਹੜੀ ਦਿੱਲੀ ਕਮੇਟੀ ਦੀ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਇਹ ਨਿਰਦਲੀय ਜਿੱਤੇ ਨੇ, ਸੋ ਬਹੁਤ ਵੱਡੀ ਗੱਲ ਹੈਗੀ ਹੈ। ਅੱਜ ਕੱਲ੍ਹ ਉੱਤਰਾਖੰਡ 'ਚ ਸਰਗਰਮ ਹੈਗੇ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ। ਸੋ ਇਸ ਵੇਲੇ ਅਸੀਂ ਨਾਨਕ ਮੱਤਾ ਸਾਹਿਬ ਤੋਂ ਇਹਨਾਂ ਦੇ ਨਾਲ ਰੂਬਰੂ ਹੈਗੇ ਹਾਂ, ਜਿਹੜੀ ਕਿ ਕਾਂਗਰਸ ਵੱਲੋਂ ਇੱਕ ਪਰਿਵਰਤਨ ਰੈਲੀ ਕੱਢੀ ਜਾ ਰਹੀ ਹੈ, ਉਹਦੇ ਵਿੱਚ ਆਪਣੀ ਖੁੱਲ੍ਹ ਕੇ ਭਾਗੀਦਾਰੀ ਨਿਭਾ ਰਹੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਸਵਾਗਤ ਤੁਹਾਡਾ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜੀ ਇਹ ਪਰਿਵਰਤਨ ਰੈਲੀ ਕੱਢੀ ਜਾ ਰਹੀ ਹੈ, ਇਹਦਾ ਮੋਟਿਵ ਕੀ ਹੈ, ਮਕਸਦ ਕੀ ਹੈ, ਕਿਹਨਾਂ ਗੱਲਾਂ? ਸਭ ਤੋਂ ਵੱਡੀ ਇਹ ਜਿਹੜੀ ਪਰਿਵਰਤਨ ਰੈਲੀ ਨਿਕਲ ਰਹੀ ਹੈ, ਇਹਦਾ ਮਕਸਦ ਇਹ ਹੈ ਕਿ ਇੱਥੇ ਦੀ ਜਿਹੜੀ ਭਾਜਪਾ ਸਰਕਾਰ ਹੈਗੀ ਹੈ, ਜੋ ਹਾਲੇ 3 ਦਿਨ ਪਹਿਲੇ ਹੀ ਕਿਸਾਨਾਂ ਤੇ ਪ੍ਰਸ਼ਾਸਨ ਕਹਿ ਰਿਹਾ, SDM ਕਹਿ ਰਿਹਾ ਕਿ ਮਾਰੋ ਕਿਸਾਨਾਂ ਨੂੰ, ਉਹਨਾਂ ਦੇ ਲੱਤ ਤੋੜ ਦਿਓ, ਉਹਨਾਂ ਦੇ ਸਿਰ ਫਾੜ ਦਿਓ, ਗੋਲੀਆਂ ਬਰਸਾ ਦਿਓ। ਇਹ ਕਿਹੜਾ ਪ੍ਰਸ਼ਾਸਨ ਹੈ ਭਾਜੀ? ਪਤਾ ਦੇਸ਼ ਆਜ਼ਾਦ ਹੈ, ਦੇਸ਼ ਜਦ ਆਜ਼ਾਦ ਹੈ ਤੇ ਅੰਦੋਲਨ ਕਰਨ ਦਾ ਕਿਸ ਨੂੰ ਨਹੀਂ ਹੱਕ ਹੈਗਾ? ਤੁਸੀਂ ਨਹੀਂ ਅੰਦੋਲਨ ਕਰਦੇ ਸੀ ਜਦੋਂ ਤੁਹਾਡਾ ਰਾਜ ਨਹੀਂ ਸੀ? ਉੱਥੇ ਬੈਠ ਕੇ ਮੋਦੀ ਜੀ ਬੜੀਆਂ ਗੱਲਾਂ ਕਰਦੇ ਸੀ ਗੁਜਰਾਤ ਵਿੱਚ ਬੈਠ ਕੇ, ਮੈਂ ਬੇਰੋਜ਼ਗਾਰੀ ਖਤਮ ਕਰ ਦੇਵਾਂਗਾ, 2 ਕਰੋੜ ਬੇਰੋਜ਼ਗਾਰ ਰੋਜ਼ ਕਰ ਦੇਵਾਂਗਾ। ਅੱਜ ਉਹ ਕਿੱਥੇ ਗਈ ਗੱਲ? ਮੈਂ ਪੈਟਰੋਲ ਕੀਮਤਾਂ ਦੀ ਇੰਟਰਨੈਸ਼ਨਲ ਤੇ ਮੈਂ ਕਰਾਂਗਾ, ਇੰਟਰਨੈਸ਼ਨਲ ਤੇ ਕਰਦਾ ਤੇ ਅੱਜ 40 और 45 रुपये ਪੈਟਰੋਲ ਔਰ ਡੀਜ਼ਲ ਹੁੰਦਾ, ਲੇਕਿਨ ਝੂਠ ਬੋਲਦਾ ਹੈ। ਮੈਂ ਤਾਂ ਕਹਿੰਦਾ ਉਹਨੂੰ ਛੋੜੋ। ਤੁਸੀਂ ਮਹਿੰਗਾਈ ਕਿਤਨੀ ਵੱਧ ਰਹੀ ਹੈ, ਤੁਸੀਂ ਇਹਨੂੰ GST ਕਿਉਂ ਨਹੀਂ ਲਿਆਂਦੇ? ਡੀਜ਼ਲ ਪੈਟਰੋਲ ਨੂੰ ਕਿਉਂ ਨਹੀਂ ਲਿਆਂਦੇ? ਕਿਉਂਕਿ ਜਿਸ ਦਿਨ GST ਤੇ ਆ ਜਾਏਗਾ ਪੈਟਰੋਲ ਡੀਜ਼ਲ, ਉਸ ਦਿਨ ਆਪ ਦਾ ਪੈਟਰੋਲ ਡੀਜ਼ਲ 55 और 60 रुपये लीटर हो जाएगा। 100 रुपये। ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੇ, ਤੁਸੀਂ ਦਿੱਲੀ ਵਾਸੀ ਹੈਗੇ ਹੋ ਤੇ ਉੱਤਰਾਖੰਡ ਇਸ ਸਰਗਰਮ ਹੈਗੇ, ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ। ਨਹੀਂ, ਉੱਤਰਾਖੰਡ ਮੈਂ ਹੁਣ ਸਾਰੀ ਜ਼ਿੰਦਗੀ ਉੱਤਰਾਖੰਡ ਵਿੱਚ ਬਿਤਾਉਣੀ ਹੈਗੀ ਹੈ ਜੀ। ਮੇਰੀ ਇੱਕ ਕਰਮ ਭੂਮੀ ਹੈਗੀ ਹੈ। ਜਦੋਂ ਅਸੀਂ ਪਾਕਿਸਤਾਨ ਤੋਂ ਆਏ ਸੀ, ਸਭ ਤੋਂ ਪਹਿਲੇ ਇੱਥੇ ਆਏ ਸੀ। ਇੱਥੇ ਆਪਣੇ ਫਾਦਰ ਵੀ ਰਹੇ ਕਾਫੀ ਟਾਈਮ, ਫਿਰ ਤਾਇਆ ਜੀ ਦਿੱਲੀ ਸੇ ਉਹਨਾਂ ਨੇ ਬੁਲਾ ਲਿੱਤਾ ਸੀ ਤੇ ਮੈਂ ਹੁਣ ਸਾਰੀ ਜ਼ਿੰਦਗੀ ਇੱਥੇ ਹੀ ਮਜ਼ਦੂਰਾਂ ਦੀ, ਕਿਸਾਨਾਂ ਦੀ ਔਰ ਸਾਰੇ ਮਿਨੋਰਟੀ ਦੀ, ਮੁਸਲਿਮ ਦੀ, ਸਭ ਦੀ ਮਿਲ ਕੇ ਮੈਂ ਸੇਵਾ ਕਰਾਂਗਾ। ਮੇਰਾ ਇਹ ਪ੍ਰਯਤਨ। ਹਰੀਸ਼ ਰਾਵਤ ਜੀ ਇੱਕ ਜਿਹੜੀ ਸਟੇਟਮੈਂਟ ਆਈ ਸੀ ਉਹਨੂੰ ਲੈ ਕੇ ਬੜਾ ਬਵਾਲ ਹੋ ਰਿਹਾ, ਹੁਣੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਹੈ ਜਿਹੜੀ ਪੰਜਾਂ ਪਿਆਰਿਆਂ ਨੂੰ ਲੈ ਕੇ ਕੀਤੀ ਗਈ। ਪੱਤਰ ਕਿਤਨੇ 20-25 ਆਦਮੀ ਨਹੀਂ ਸੀ, ਤੁਸੀਂ ਗਿਣਤੀ ਗਿਣੀ? ਇੱਥੇ ਦੇਖੋ ਹਜ਼ਾਰਾਂ ਦੀ ਗਿਣਤੀ। ਜਿਹੜੀ ਸਟੇਟਮੈਂਟ ਦਿੱਤੀ ਗਈ ਤੁਹਾਨੂੰ ਕੀ ਨਹੀਂ, ਸਟੇਟਮੈਂਟ ਉਹਨਾਂ ਨੇ ਆਪਣੀ ਗਲਤੀ ਉਸੇ ਵਕਤ ਮੰਗ ਲਿੱਤੀ। ਉਹਨਾਂ ਨੇ ਕਿਹਾ, ਮੰਗ ਕਰ ਰਹੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਭੁੱਲ ਬਖਸ਼ਾਉਣੀ ਚਾਹੀਦੀ। ਹਾਂ, ਉਹ ਉਹਨਾਂ ਨੇ ਕਿਹਾ ਹੈ ਜਦੋਂ ਅਕਾਲ ਤਖਤ ਬੁਲਾਏਗਾ ਮੈਂ ਜਾਵਾਂਗਾ, ਮੈਂ ਝਾੜੂ ਵੀ ਮਾਰਾਂਗਾ, ਮੈਂ ਬਰਤਨ ਵੀ ਸਾਫ਼ ਕਰਾਂਗਾ, ਜੋ ਮੇਰੇ ਕੋਲ ਖੁੱਲ੍ਹਾ ਹੈ ਮਾਫੀ ਦੇ ਦਿਓ। ਇਸ ਤੋਂ ਵੱਡੀ ਗੱਲ ਕੀ? ਔਰ ਪਬਲਿਕ ਦੇ ਉਹਦੇ 'ਚ ਮਨ 'ਚ ਮਾਫੀ ਮੰਗੀ ਹੈ ਕਿ ਮੇਰੇ ਕੋਲ ਗਲਤੀ ਹੋ ਗਈ। ਜਾਂਦੇ ਕੁਝ ਹੋਰ ਕਹਿਣਾ ਚਾਹੁੰਦੇ? ਮੈਂ ਇਹ ਕਹਾਂਗਾ ਪੂਰੀ ਜਨਤਾ ਨੂੰ, ਪੂਰੇ ਹਿੰਦੁਸਤਾਨ ਦੀ ਜਨਤਾ ਨੂੰ, ਵਰਲਡ ਦੇ ਜਿਹੜੇ ਆਪਣੇ ਕਿਸਾਨਾਂ ਦੇ ਬੇਟੇ ਬੈਠੇ ਹੈਗੇ ਨੇ, ਕਿਉਂਕਿ ਵਰਲਡ ਦੇ 90% ਕਿਸਾਨਾਂ ਦੇ ਬੇਟੇ ਬੈਠੇ ਨੇ,
ਆਪ ਨੂੰ ਪਤਾ ਹੈ ਮੈਂਬਰ ਪਾਰਲੀਮੈਂਟ ਅਮਰੀਕਾ ਵਿੱਚ, ਮੈਂਬਰ ਪਾਰਲੀਮੈਂਟ ਕਨਾਡਾ ਵਿੱਚ, ਕੈਬਨਿਟ 2 ਮੰਤਰੀ ਬੈਠੇ ਨੇ। ਅਮਰੀਕਾ ਵੀ ਸੰਤ ਸਿੰਘ ਚਾਟਵਾਲ ਜੀ ਕਿਤਨੇ ਵੱਡੇ ਆਦਮੀ ਬਣ ਗਏ, ਕਿਸਾਨ ਦਾ ਬੇਟਾ ਸੀ। ਮਨਜੀਤ ਸਿੰਘ ਸੰਧੂ ਯੂਕੇ ਦਾ 300 ਕਰੋੜ ਦੇ ਆਪਣੇ ਬੰਗਲੇ 'ਚ ਰਹਿ ਰਿਹਾ, ਕਿਸਾਨ ਦਾ ਬੇਟਾ ਸੀ। ਅੱਜ ਕਿਸਾਨ ਦੇ ਬੇਟੇ ਪੜ੍ਹੇ ਲਿਖੇ ਹੈਗੇ ਨੇ। ਪ੍ਰਧਾਨ ਮੰਤਰੀ ਕਹਿੰਦਾ ਮੈਂ ਤਿੰਨੋਂ ਕਾਨੂੰਨ ਜਿਹੜੇ ਦਿੱਤੇ ਹੈਗੇ ਨੇ ਇਹ ਮੈਂ ਭਲੇ ਵਾਸਤੇ ਦਿੱਤੇ ਨੇ। ਅਗਰ ਉਹਨੇ ਭਲੇ ਵਾਸਤੇ ਦਿੱਤੇ ਹੁੰਦੇ ਤੇ ਅੱਜ ਕਿਸਾਨ ਅੰਦੋਲਨ ਤੇ ਕਿਉਂ ਉਤਰਦੇ? ਮਹਾਮਾਰੀ ਕੋਰੋਨਾ ਦੀ ਮਹਾਮਾਰੀ ਜਿਹੜੀ ਹੈਗੀ ਹੈ ਉਸ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਅੰਦੋਲਨ ਵਿੱਚ ਬੈਠੇ ਹੈਗੇ। ਤੁਸੀਂ ਹਰਿਆਣਾ ਹੁਣ ਕੀ ਕੀਤਾ? ਕੋਈ ਅੱਜ ਦਿਨ ਕਹੇਗਾ ਕਿ ਮਾਰ ਦਿਓ, ਜੇਲ੍ਹਾਂ 'ਚ ਬੰਦ ਕਰ ਦਿਓ ਤੁਸੀਂ? ਔਰ ਫਿਰ ਸਭ ਤੋਂ ਸ਼ਰਮ ਦੀ ਗੱਲ ਹੈ ਹਿੰਦੁਸਤਾਨ ਵਾਸਤੇ, ਖੱਟਰ ਦੀ ਸ਼ਰਮ ਦੀ ਗੱਲ ਹੈ ਜਿਹਨੇ ਖੱਟਰ ਨੇ ਕਿਹਾ ਹੈਗਾ ਕਿ ਮੈਨੂੰ ਐਸਡੀਐਮ ਦੀ ਜ਼ਰੂਰਤ ਪਏਗੀ, ਇਨਕੁਆਇਰੀ ਦੀ ਕਰਾਂਗਾ ਤਦ ਕਰਾਂਗਾ ਨਹੀਂ ਤਾਂ ਨਹੀਂ ਕਰਾਂਗਾ। ਅਰੇ ਖੱਟਰ ਡੁੱਬ ਕੇ ਮਰ ਜਾ ਤੂੰ। ਕਿਸਾਨ ਜਿਨ੍ਹਾਂ ਦੇ ਸਿਰ ਫਟੇ ਉਹਨਾਂ ਨੂੰ ਉਠਾਣੇ ਵਾਲਾ ਕੋਈ ਨਹੀਂ ਸੀ, ਨਾ ਉਹਨਾਂ ਵਾਸਤੇ ਕੋਈ ਵਿਵਸਥਾ ਸੀ ਕਿ ਕੋਈ ਗੱਡੀ ਐਂਬੂਲੈਂਸ ਉਹਨਾਂ ਨੂੰ, ਕਈ ਵਿਚਾਰੇ ਦਮ ਤੋੜ ਗਏ, ਕਈ ਸੀਰੀਅਸ ਹੈਗੇ, ਕਈਆਂ ਦੇ ਸਿਰ ਫਟ ਗਏ, ਕਈਆਂ ਦੇ ਟੰਗਾਂ ਟੁੱਟੀਆਂ। ਇਹ ਕੋਈ ਅੰਗਰੇਜ਼ਾਂ ਦਾ ਟਾਈਮ ਹੈ ਜੋ? ਇਹ ਹਿੰਦੁਸਤਾਨ ਪ੍ਰਜਾਤੰਤਰ ਹੈਗਾ। ਔਰ ਪ੍ਰਸ਼ਾਸਨ ਕੱਟਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਨਾਲ ਜਿਨ੍ਹਾਂ ਕਿਸਾਨਾਂ ਨੂੰ ਚੋਟ ਲੱਗੀ ਹੈ ਉਹਨਾਂ ਦੇ ਘਰ ਜਾ ਕੇ ਮਾਫੀ ਮੰਗੋ। ਸੋ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜੇ ਸੀ ਤਰਵਿੰਦਰ ਸਿੰਘ ਮਾਰਵਾ ਜੀ, ਜਿਹੜੇ ਕਿ ਦਿੱਲੀ ਵਾਸੀ ਨੇ ਲੇਕਿਨ ਅੱਜ ਕੱਲ੍ਹ ਉੱਤਰਾਖੰਡ 'ਚ ਬਹੁਤ ਜ਼ਿਆਦਾ ਸਰਗਰਮ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ, ਤੇ ਹੋਰ ਵੀ ਕਈ ਥਾਵਾਂ ਤੇ ਇਹਨੂੰ ਸਰਗਰਮ ਹੁੰਦੇ ਦੇਖਿਆ। ਫਿਰ ਦੁਬਾਰਾ ਇਹਨਾਂ ਨਾਲ ਕਦੀ ਫਿਰ ਰੂਬਰੂ ਹੋਵਾਂਗੇ। ਸੋ ਫਤਿਹ ਦੀ ਅੱਜ ਕਰਕੇ ਇਹਨਾਂ ਤੋਂ ਵਿਦਾਈ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।